ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰੀ ਹੋਈ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਕਿ ਬਾਣੀ ਹੀ ਗੁਰੂ ਹੈ, ਇਹਦੇ ਵਿੱਚ ਸਾਰੇ ਅੰਮ੍ਰਿਤ ਹਨ। ਜੇਕਰ ਬਾਣੀ ਨੂੰ ਪੜ੍ਹੀਏ, ਸੁਣੀਏ, ਗਾਈਏ ਤਾਂ ਫਿਰ ਅਸੀਂ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਾਂ। ਧੰਨ ਗੁਰੂ ਨਾਨਕ ਦੇਵ ਜੀ ਕਲਯੁਗ ਦੇ ਅਵਤਾਰ, ਜਿਨ੍ਹਾਂ ਨੇ ਜਪਜੀ ਸਾਹਿਬ ਜੀ ਦੇ ਪਾਠ ਦੇ ਵਿੱਚ 4 ਪੌੜੀਆਂ ਸੁਣਨ ਤੇ ਹੀ ਗਈਆਂ ਨੇ ਕਿ ਜੇਕਰ ਕੋਈ ਪੜ੍ਹ ਨਹੀਂ ਸਕਦਾ, ਗਾ ਨਹੀਂ ਸਕਦਾ ਤਾਂ ਫਿਰ ਉਹ ਸੁਣ ਤੇ ਸਕਦਾ ਹੈ। ਪਰ ਸੁਣਨਾ ਵੀ ਕਿੱਦਾਂ ਹੈ, ਉਹਦਾ ਵੀ ਤਰੀਕਾ ਦੱਸਿਆ ਹੈ। ਸੁਣਿਆ, ਮੰਨਿਆ, ਮਨ ਕੀਤਾ ਭਾਵ। ਕਿ ਜੇਕਰ ਤੂੰ ਮਨ ਲਾ ਕੇ ਸੁਣੇਗਾ ਤਾਂ ਫਿਰ ਤੇਰੇ ਮਨ ਦੇ ਵਿੱਚ, ਇਸ ਹਿਰਦੇ ਰੂਪੀ ਭਾਂਡੇ ਦੇ ਵਿੱਚ ਭਾਵ ਪੈਦਾ ਹੋ ਜਾਏਗਾ, ਪ੍ਰੇਮ ਪੈਦਾ ਹੋ ਜਾਏਗਾ। ਤੇ ਫਿਰ ਕੀ ਬਖਸ਼ਿਸ਼ ਹੋਏਗੀ? ਅਤਰੰਗਤ ਤੀਰਥ ਮਲ ਨਾਵ। ਜਿੱਦਾਂ ਮੈਲਾ ਕੱਪੜਾ ਹੁੰਦਾ ਦੁਨਿਆਵੀ ਜੀਵਨ ਦੇ ਵਿੱਚ, ਤਾਂ ਉਸਨੂੰ ਮਲ ਮਲ ਕੇ ਧੋਂਦੇ ਹਾਂ ਕਿ ਉਹ ਸਾਫ਼ ਹੋ ਜਾਵੇ। ਇੱਦਾਂ ਹੀ ਫਿਰ ਇਸ ਤੀਰਥ ਰੂਪੀ ਇਸ ਨਾਮ ਦੇ ਨਾਲ ਇਹ ਜਿਹੜਾ ਸਾਡਾ ਮੈਲਾ ਮਨ ਹੈ, ਇਹ ਮਲ ਮਲ ਕੇ ਇਸ ਨੂੰ ਧੋਵਾਂਗੇ ਤਾਂ ਇਹ ਨਿਰਮਲ ਹੋ ਜਾਏਗਾ, ਰਹਿਮਤਾਂ ਹੋ ਜਾਣਗੀਆਂ। ਇਸੇ ਤਰ੍ਹਾਂ ਹੀ ਇਤਿਹਾਸ ਦੇ ਵਿੱਚ ਵੀ ਪ੍ਰਮਾਣ ਹੈ ਕਿ ਗਣਿਕਾ ਜੋ ਇੱਕ ਵੈਸ਼ਿਆ ਸੀ, ਰਾਤ ਸੱਜ ਕੇ ਸ਼ਿੰਗਾਰ ਕਰਕੇ ਆਪਣੇ ਕੁਟੀਆ ਦੇ ਵਿੱਚ, ਮਹਿਲ ਦੇ ਵਿੱਚ ਬੈਠ ਜਾਂਦੀ ਸੀ ਤੇ ਇੰਤਜ਼ਾਰ ਕਰਦੀ ਸੀ ਕਿ ਅੱਜ ਕਿਹੜਾ ਪੁਰਸ਼ ਆਏਗਾ ਤੇ ਮੇਰੀ ਕਿਰਤ ਹੋਏਗੀ। ਇੱਕ ਦਿਨ ਸਬੱਬ ਦੇ ਨਾਲ ਉਸ ਨਗਰੀ ਦੇ ਵਿੱਚ ਇੱਕ ਸਾਧੂ ਮਹਾਪੁਰਸ਼ ਆਏ। ਘੋਰ ਕਾਲੇ ਬਾਦਲ, ਬਿਜਲੀ ਚਮਕੀ, ਤੇਜ਼ ਮੁਲਾਧਾਰ ਬਾਰਿਸ਼। ਤੇ ਉਹਨਾਂ ਸਾਧੂ ਮਹਾਪੁਰਖਾਂ ਨੇ ਵੇਖਿਆ ਕਿ ਹੁਣ ਇਸ ਵਿੱਚ ਅੱਗੇ ਨਹੀਂ ਜਾ ਸਕਦੇ ਤੇ ਰਾਤ ਇੱਥੇ ਨਗਰੀ ਵਿੱਚ ਕੱਟੀਏ। ਪਰ ਕਿਸੇ ਵੀ ਘਰ ਦੀ ਬੱਤੀ ਰੋਸ਼ਨੀ ਨਹੀਂ ਸੀ। ਜਦੋਂ ਉਸ ਗਲੀਆਂ ਦੇ ਵਿੱਚੋਂ ਟੱਪਦੇ ਟੱਪਦੇ ਵੇਖਿਆ ਉਹਨਾਂ ਨੇ ਕਿ ਗਲੀਆਂ ਦੇ ਘਰ ਦੀ ਲਾਈਟ ਜਗ ਰਹੀ ਸੀ। ਬੂਹਾ ਖਟਖਟਾਇਆ, ਅੰਦਰੋਂ ਆਵਾਜ਼ ਆਈ, ਕੌਣ? ਉਹ ਸਾਧੂ ਮਹਾਪੁਰਖ ਆਖਦੇ ਹਨ ਕਿ ਬੂਹਾ ਖੋਲੋ। ਗਣਿਕਾ ਪ੍ਰਸੰਨ ਹੋ ਗਈ ਕਿ ਇਸ ਗੰਦੇ ਮੌਸਮ ਦੇ ਵਿੱਚ ਵੀ ਜਦੋਂ ਮੁਲਾਧਾਰ ਬਾਰਿਸ਼ ਹੋ ਰਹੀ ਹੈ, ਬੱਦਲ ਗਰਜ ਰਹੇ ਹਨ, ਬਿਜਲੀ ਚਮਕ ਰਹੀ ਹੈ ਤੇ ਅੱਜ ਵੀ ਕੋਈ ਆ ਗਿਆ। ਛੇਤੀ ਨਾਲ ਆ ਕੇ ਜਦੋਂ ਬੂਹਾ ਖੋਲ ਲਿਆ ਤੇ ਸਾਹਮਣੇ ਭਗਵੇ ਕੱਪੜੇ ਦੇ ਵਿੱਚ ਸਾਧੂ ਮਹਾਪੁਰਸ਼ ਸੰਤ ਖਲੋਤੇ ਹਨ। ਉਹਨਾਂ ਨੇ ਆਖਿਆ, ਬੇਟੀ ਰਾਤ ਰਹਿਣ ਦੀ ਜਗ੍ਹਾ ਮਿਲੇਗੀ। ਬੇਟੀ ਸੁਣਦਿਆਂ ਹੀ ਗਣਿਕਾ ਦਾ ਕਲੇਜਾ ਧੱਕ ਧੱਕ ਕਰ ਗਿਆ, ਅੱਖਾਂ ਪਿਆਰ ਦੇ ਅਥਰੂਆਂ ਨਾਲ ਭਰ ਗਈਆਂ, ਗੁੰਮਸੁੰਮ ਹੋ ਗਈ। ਉਹ ਮਹਾਪੁਰਖਾਂ ਨੇ ਫਿਰ ਆਖਿਆ, ਬੇਟੀ ਰਾਤ ਵਿਸ਼ਰਾਮ ਕਰਨ ਦਾ ਸਥਾਨ ਮਿਲੇਗਾ। ਤਾਂ ਗਣਿਕਾ ਨੇ ਅੱਖਾਂ ਸਾਫ਼ ਕੀਤੀਆਂ, 2 ਹੱਥ ਜੋੜੇ, ਮਹਾਪੁਰਖੋ ਆਓ। ਅੰਦਰ ਲੈ ਗਈ, ਜਾ ਕੇ ਉਹਨਾਂ ਦੇ ਚਰਨਾਂ ਤੇ ਸੀਸ ਨਿਵਾਇਆ, ਅੱਖਾਂ ਵਿੱਚੋਂ ਥਰ ਥਰ ਅਥਰੂ, ਹੱਥ ਜੋੜ ਕੇ ਬੈਠ ਗਈ। ਸੰਤ ਮਹਾਪੁਰਸ਼ ਆਖਣ ਲੱਗੇ, ਕੀ ਹੋਇਆ ਬੱਚੀ? ਆਖਣ ਲੱਗੀ, ਮੁੱਤਾਂ ਪਿੱਛੋਂ ਅੱਜ ਕਿਸੇ ਨੇ ਮੈਨੂੰ ਬੇਟੀ ਪੁਕਾਰਾ ਹੈ। ਐਸੇ ਭਾਵ ਪ੍ਰੇਮ ਦੇ ਵਿੱਚ ਆ ਗਈ ਕਿ ਸਾਰੀ ਰਾਤ ਮਹਾਪੁਰਖਾਂ ਦੀ ਸੇਵਾ ਕੀਤੀ। ਸਵੇਰ ਹੋਈ, ਜਲ ਪਾਨ ਛਕਾਇਆ, ਮਹਾਪੁਰਖ ਜਾਣ ਲੱਗੇ ਪਰ ਇਸ ਨੇ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਪੁਰਖੋ ਰਾਤ ਆਨੰਦ ਵਿੱਚ ਬੀਤੀ ਹੈ। ਇਹੋ ਜਿਹਾ ਆਨੰਦ ਮੈਨੂੰ ਪੂਰੇ ਜੀਵਨ ਵਿੱਚ ਨਹੀਂ ਮਿਲਿਆ ਜੋ ਇੱਕ ਰਾਤ ਤੁਹਾਡੀ ਸੰਗਤ ਵਿੱਚ ਮਿਲਿਆ ਹੈ। ਨਾ ਜਾਓ, ਇੱਥੇ ਹੀ ਵਿਸ਼ਰਾਮ ਕਰੋ। ਮਹਾਪੁਰਖਾਂ ਨੇ ਕਿਹਾ, ਨਹੀਂ ਅਸੀਂ ਤੇ ਜਾਵਾਂਗੇ। ਤੇ ਜਦੋਂ ਗਣਿਕਾ ਨੇ ਨਾ ਜਾਣ ਦਾ ਬਾਰ-ਬਾਰ ਹੱਠ ਕੀਤਾ ਤਾਂ ਉਹਨਾਂ ਕੋਲੋਂ ਇੱਕ ਤੋਤਾ ਸੀ। ਉਹ ਤੋਤਾ ਮਹਾਪੁਰਖਾਂ ਦੇ ਨਾਲ ਜਪਦਾ ਸੀ, ਰਾਮ ਰਾਮ। ਤਾਂ ਮਹਾਪੁਰਖਾਂ ਨੇ ਕਿਹਾ ਕਿ ਦੇਖ ਬੇਟੀ, ਅਸੀਂ ਤੇ ਜਾਵਾਂਗੇ ਪਰ ਇਹ ਤੋਤਾ ਸਾਡਾ ਲੈ ਲੈ। ਇਹ ਤੈਨੂੰ ਨਾਮ ਜਪੇਗਾ, ਰਾਮ
राम जपन वाला है ते तू इस दिन नूं सुनदी रही। जे इसनूं तू मन ला के भाव करके सुनेंगी तो फिर तेरा उद्धार हो जाएगा। कनिका ने सत वचन कहे। उस तोते नूं बड़े प्यार नाल उत्थे रखिया। ਉਹ ਸਾਰਾ दिन बोलदा सी राम राम ते कनका भी बड़े प्यार नाल सुनदी सी राम राम। सुनदियां 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 मन ला के भाव रख के प्रेम रख के जदों सुनदी रही तो उसकी लिव उस राम दे चरनां नाल जुड़ गई। ਉਹ परमात्मा दे नाम दे विच लीन हो गए ते उत्थे लीन होंदियां ही प्राण दे दिते। विमान आया गणिका नूं लै गया ते सच्चे पातशाह जी ने भी धन गुरु ग्रंथ साहब जी अपनी गोद दे विच गणिका नूं बिठाया। नमस्कार करदे हां ते सतगुर जी बाणी विच भी आखदे हन, दुख रोग संताप उतरे सोनी सच्ची बाणी। कि जिस सच्ची बाणी नूं मन ला के सुन लवीए तो जिथे भव सागर तो पार होंदे हां उत्थे साडे दुख संताप रोग ते पाप भी दूर हो जाते हैं। क्योंकि धन गुरु नानक देव जी भी बख्शिश करते हैं, सुनिए दुख पाप का नाश। कि जेड़े पाप साडे कोल जीवन विच हो जाते हैं जाने विच अनजाने विच, तो उन्हां पापां दा भी नाश इस बाणी नूं मन ला के भाव रख के प्रेम रख के जे सुनिए मनिए तो फिर हर एक दा ही उद्धार हो जाएगा। वाहिगुरु जी का खालसा वाहिगुरु जी की फतेह।